ਜਦੋਂ ਤੁਹਾਨੂੰ ਐਗਜ਼ਾਮੀਨਰ ਟੌਪਿਕ ਦਿੰਦਾ ਆ ਸੋ ਸਭ ਤੋਂ ਪਹਿਲੀ ਚੀਜ਼ ਤੁਸੀਂ ਕੀ ਦੇਖਣੀ ਆ ਕਿ ਹੈ ਕਿਹੜੇ ਟੈਂਸ ਦੇ ਵਿੱਚ ਆ। ਠੀਕ ਹੈ, ਜਿਹੜਾ ਕਿਊ ਕਾਰਡ ਸਾਨੂੰ ਦਿੱਤਾ ਗਿਆ ਆ ਉਹ ਕਿਹੜੇ ਟੈਂਸ ਦੇ ਵਿੱਚ ਹੈਗਾ ਆ। ਸੋ ਫਸਟ ਆਫ ਆਲ ਆਪਾਂ ਉਸ ਚੀਜ਼ ਨੂੰ ਚੈੱਕ ਕਰਨਾ ਆ, ਕਿਉਂਕਿ ਕਾਫੀ ਜ਼ਿਆਦਾ ਜੋ ਸਟੂਡੈਂਟਸ ਆ ਉਹਨਾਂ ਨੇ ਇਹੀ ਚੀਜ਼ ਨੂੰ ਮੰਨਿਆ ਹੁੰਦਾ ਹੈ ਕਿ ਜਿਹੜਾ ਕਿਊ ਕਾਰਡ ਆ ਉਹ ਪਾਸਟ ਦੇ ਵਿੱਚ ਆ। ਸੋ ਮੋਸਟਲੀ ਉਹ ਪਾਸਟ ਦੇ ਵਿੱਚ ਬੋਲ ਦਿੰਦੇ ਆ, ਬਟ ਤੁਸੀਂ ਦੇਖਣਾ ਆ ਸਭ ਤੋਂ ਪਹਿਲਾਂ ਕਿ ਉਹ ਕਿਹੜੀ ਫਾਰਮ ਦੇ ਵਿੱਚ ਤੁਹਾਨੂੰ ਗਿਵਨ ਆ, ਫਿਊਚਰ ਆ, ਪ੍ਰੈਜੈਂਟ ਆ ਜਾਂ ਫਿਰ ਪਾਸਟ ਆ। ਦੈਨ ਉਸ ਤੋਂ ਬਾਅਦ ਜਿਵੇਂ ਸਪੋਜ਼ ਕਰੋ ਮੈਂ ਅੱਜ ਸਿੰਪਲ ਜਿਹਾ ਤੁਹਾਨੂੰ ਦੱਸੂੰਗੀ, ਜਿਵੇਂ ਹੈਗਾ ਡਿਸਕ੍ਰਾਈਬ ਯੋਰ ਫੇਵਰੇਟ ਸਿੰਗਰ। ਆਪਣਾ ਫੇਵਰੇਟ ਸਿੰਗਰ ਦੱਸੋ, ਇਹ ਤੁਹਾਨੂੰ ਕਿਊ ਕਾਰਡ ਆਇਆ ਆ। ਹੁਣ ਦੇਖੋ ਕੁਐਸਚਨ ਆ, ਇਹਦੇ ਜਿਹੜੇ ਕਿਊਜ਼ ਜਿਹਨੂੰ ਆਪਾਂ ਬੁਲਟ ਪੁਆਇੰਟਸ ਵੀ ਕਹਿ ਦਿੰਦੇ ਆ ਉਹ ਕੀ ਆ, ਹੂ the person is, how you know, why you like it, how you feel about it। ਸੋ ਇਹ ਆਪਣੇ ਕੋਲ ਬੇਸਿਕ ਹੈਗਾ ਅੱਜ ਦਾ ਕਿਊ ਕਾਰਡ। ਸੋ ਇਹਨੂੰ ਕਿਵੇਂ ਪ੍ਰਿਪੇਅਰ ਕਰਨਾ ਆ, ਕਿਹੜੀਆਂ ਚੀਜ਼ਾਂ ਨੂੰ ਮਾਈਂਡ ਦੇ ਵਿੱਚ ਰੱਖਣਾ ਆ, ਅੱਜ ਆਪਾਂ ਉਹ ਦੇਖਾਂਗੇ। ਐਂਡ ਕੱਲ੍ਹ ਆਪਾਂ ਦੇਖਾਂਗੇ ਫੋਲੋ ਅਪਸ ਕਿਵੇਂ ਆਨਸਰ ਦੇਣੇ ਹੁੰਦੇ ਆ। ਸੋ ਜਿਵੇਂ ਤੁਹਾਨੂੰ ਹੈਗਾ ਆ ਫੇਵਰੇਟ ਸਿੰਗਰ, ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕਿਊ ਕਾਰਡ ਦਾ ਸਟਰਕਚਰ ਕਲੀਅਰ ਹੋਣਾ ਜ਼ਰੂਰੀ ਆ ਕਿ ਸਟਰਕਚਰ ਕੀ ਹੁੰਦਾ ਆ ਇੱਕ ਕਿਊ ਕਾਰਡ ਦਾ। ਸੋ ਸਭ ਤੋਂ ਪਹਿਲਾਂ ਆਪਾਂ ਸਟਰਕਚਰ ਨੂੰ ਦੇਖਦੇ ਹਾਂ। ਹੁਣ ਸਟਰਕਚਰ ਕੀ ਕਹਿੰਦਾ ਆ, ਸਭ ਤੋਂ ਪਹਿਲਾਂ ਜਰਨਲ ਲਾਈਨ ਹੋਣੀ ਚਾਹੀਦੀ ਆ। ਜਰਨਲ ਲਾਈਨ ਹੋ ਗਈ, ਦੈਨ ਆਉਣਗੇ ਬੁਲੇਟ ਪੁਆਇੰਟਸ, ਦੈਨ ਆਉਣਗੇ ਆਪਣੇ ਕਨਕਲੂਜ਼ਨ। ਇੱਕ ਪ੍ਰੋਪਰ ਸਟਰਕਚਰ ਆ ਜੋ ਆਪਾਂ ਨੂੰ ਫੋਲੋ ਕਰਨਾ ਪੈਣਾ ਆ। ਜੇ ਸਟਰਕਚਰ ਨਹੀਂ ਕਲੀਅਰ ਦੈਨ ਬੈਂਡ ਸਕੋਰ ਆਉਣਾ ਟਿਪੀਕਲ ਹੋ ਜਾਂਦਾ, ਡਿਫਿਕਲਟ ਹੋ ਜਾਣਾ ਤੁਹਾਡੇ ਲਈ। ਸੋ ਇਹ ਇੱਕ ਪ੍ਰੋਪਰ ਸਟਰਕਚਰ ਆ। ਹੁਣ ਮੈਂ ਇਹਨੂੰ ਤੁਹਾਨੂੰ ਅਪਲਾਈ ਕਰਕੇ ਦੱਸਾਂਗੀ ਕਿ ਕਿਵੇਂ ਆਪਾਂ ਇਹਨੂੰ ਕਰਨਾ ਆ। ਜਰਨਲ ਲਾਈਨ ਕਿਵੇਂ ਪਤਾ, ਹੁਣ ਇਹ ਜਿਵੇਂ ਕਿਊ ਕਾਰਡ ਸਿੰਗਰਸ 'ਤੇ ਆ, ਸੋ ਆਪਣੀ ਜਰਨਲ ਲਾਈਨ ਕਿਹਦੇ 'ਤੇ ਬਣੂਗੀ, ਸਿੰਗਰਸ ਦੇ ਉੱਤੇ ਬਣੂਗੀ। ਜਿਹੜੀ ਜਰਨਲ ਲਾਈਨ ਹੈ ਆਪਣੀ ਉਹ ਸਿੰਗਰਸ ਦੇ ਉੱਤੇ ਹੀ ਬਣਨੀ ਆ। ਦੈਨ ਉਸ ਤੋਂ ਬਾਅਦ ਆ ਜਿਹੜੇ ਪੁਆਇੰਟਸ ਆ, ਹੂ ਦ ਪਰਸਨ ਇਜ਼, ਹਾਊ ਯੂ ਨੋ, ਵਾਈ ਯੂ ਲਾਈਕ ਇਟ, ਹਾਊ ਯੂ ਫੀਲ ਅਬਾਊਟ ਇਟ। ਜਰਨਲ ਲਾਈਨ ਤੋਂ ਬਾਅਦ ਇਹਨਾਂ ਚਾਰਾਂ ਨੂੰ ਤੁਸੀਂ ਐਕਸਪਲੇਨ ਕਰਨਾ ਆ ਐਂਡ ਲਾਸਟ ਦੇ ਵਿੱਚ ਤੁਸੀਂ ਇਹਨੂੰ ਕਨਕਲੂਡ ਵੀ ਕਰਨਾ ਆ। ਠੀਕ ਹੈ, ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿਵੇਂ ਆਪਾਂ ਇਹਨੂੰ ਕਰਨਾ ਹੁੰਦਾ ਆ ਬੇਸਿਕ। ਦੇਖੋ ਇੱਥੇ ਤੁਸੀਂ ਦੇਤੀ ਜਰਨਲ ਲਾਈਨ। ਪਹਿਲਾਂ ਜਦੋਂ ਤੁਸੀਂ ਪਹਿਲਾ ਪੁਆਇੰਟ ਬੋਲਣਾ ਆ, ਠੀਕ ਹੈ, ਪਹਿਲਾ ਪੁਆਇੰਟ ਤੁਸੀਂ ਬੋਲਤਾ ਕਿ ਉਹ ਇਹ ਪਰਸਨ ਆ। ਸਪੋਜ਼ ਕਰੋ ਤੁਸੀਂ ਪਹਿਲਾਂ ਕਹਿ ਦਿੱਤਾ ਕਿ ਸਿੰਗਰਸ ਜਿਹੜੇ ਇੰਪੋਰਟੈਂਟ ਰੋਲ ਪਲੇ ਕਰਦੇ ਆ ਸਾਡੀ ਲਾਈਫ ਦੇ ਵਿੱਚ, ਹੈ ਨਾ, ਕਿ ਕਾਫੀ ਜ਼ਿਆਦਾ ਸਿੰਗਰਸ ਅਵੇਲੇਬਲ ਹੈਗੇ ਆ, ਬਟ ਹੇਅਰ ਆਈ ਐਮ ਗੋਇੰਗ ਟੂ ਆਰਟੀਕੂਲੇਟ ਅਬਾਊਟ ਜਿਹੜਾ ਵੀ ਤੁਹਾਡਾ ਫੇਵਰੇਟ ਸਿੰਗਰ ਆ। ਤੁਸੀਂ ਦੱਸ ਦਿੱਤਾ, ਪਹਿਲਾਂ ਤੁਸੀਂ ਸ਼ਾਰਟ ਦੇ ਵਿੱਚ ਸਾਰਾ ਕੁਛ ਇਹਦੇ ਅੱਗੇ ਲਿਖ ਲੈਣਾ ਕਿਹੜਾ ਸਿੰਗਰ ਆ, XYZ ਜਿਹੜਾ ਵੀ ਤੁਹਾਨੂੰ ਪਸੰਦ ਹੈਗਾ। ਹਾਊ ਯੂ ਨੋ ਕਿਵੇਂ ਪਤਾ ਲੱਗਾ ਤੁਹਾਨੂੰ, ਫਰੈਂਡ ਨੇ ਦੱਸਿਆ ਸੀ। ਇਹ ਐਟ ਅ ਟਾਈਮ 'ਤੇ ਜਿਹੜੀਆਂ ਚੀਜ਼ਾਂ ਕਰਨੀਆਂ ਉਹ ਮੈਂ ਦੱਸ ਰਹੀ ਹਾਂ ਤੁਹਾਨੂੰ। ਦੈਨ ਉਸ ਤੋਂ ਬਾਅਦ ਤੁਹਾਨੂੰ ਕਿਉਂ ਪਸੰਦ ਆ, ਵੌਇਸ ਕਰਕੇ, ਨੇਚਰ ਕਰਕੇ। ਠੀਕ ਆ, ਹੋਰ ਤੁਸੀਂ ਕਹਿ ਸਕਦੇ ਹੋ ਉਹਦਾ ਹਾਰਡ ਵਰਕ, ਜੋ ਵੀ ਚੀਜ਼ ਇਹਦੇ ਵਿੱਚ ਲਿਖ ਸਕਦੇ ਹੋ ਕਿ ਤੁਹਾਨੂੰ ਕਿਉਂ ਪਸੰਦ ਆ ਉਹ ਸਿੰਗਰ। ਦੈਨ ਕਿਵੇਂ ਦਾ ਫੀਲ ਹੁੰਦਾ ਆ, ਹੈਪੀ। ਇਹ ਮੈਂ ਸਿੰਪਲ ਦੱਸ ਰਹੀ ਹਾਂ, ਇਹਦੇ 'ਚ ਈਡੀਅਮਸ ਜਿਹੜੇ ਆ ਉਹ ਵੀ ਐਡ ਕਰਨੇ ਹੁੰਦੇ ਆ। ਈਡੀਅਮਸ ਨੂੰ ਵੀ ਆਪਾਂ ਡਿਸਕਸ ਕਰਨਾ ਆ। ਇਹ ਤਾਂ ਤੁਸੀਂ ਦੱਸ ਦਿੱਤਾ ਕਿ XYZ ਹੈਗਾ ਆ, ਬਟ ਜਦੋਂ ਤੁਸੀਂ ਦੱਸ ਦਿੱਤਾ ਕਿ XYZ ਹੈਗਾ ਆ, ਦੈਨ ਉਸ ਤੋਂ ਬਾਅਦ ਕਿਹੜੀ ਚੀਜ਼ ਕਰਨੀ ਆ ਉਹ ਆਪਣੇ ਦਿਮਾਗ 'ਚ ਰੱਖੋ।
उस तो बाद जिहड़ी चीज़ आऊगी वो है कनैक्टर। एक्स वाई जैड तुसीं दस दिता कि उहदा नेम ए आ। जदों तुसीं दूसरे पॉइंट ते शिफ्ट होना, हाउ यू नो, दैन कनैक्टर चेंज करना आ। मोर ओवर जदों तुसीं दस दिता कि हाँ बई मैनू फ्रेंड ने दस्सिया सी, दैन तुसीं तीसरे पॉइंट ते शिफ्ट होना कि तुहानूं क्यों पसंद आ। दैन अगेन न्यू कनैक्टर किहड़ा आऊगा, फरदर मोर ला लो। दैन फिर तुसीं नैक्सट दसना तुहानूं किवें दा फील हुंदा आ। दैन तुसीं न्यू यूज़ करना आ। तुसीं कह सकदे हो बिसाइड दिस का भी यूज़ कर सकते हो, ठीक है, बिसाइड दिस का भी यूज़ कर सकते हो। एंड होर हैगा अपने कोल अपार्ट फ्रॉम दिस, उहदा भी यूज़ कर सकते हो, जिहड़ा मर्जी यूज़ करो। बट जदों तुसीं लास्ट एंड करना आ, इवेंचुअली दा यूज़ करके तुसीं कर सकते हो। इवेंचुअली दा मतलब लास्टली। ये सारे कनैक्टर्स तुसीं यूज़ करने आ जदों एक पॉइंट कवर हो जाता। सो इत्थों एग्जामिनर नूं पता लगूगा कि तुहाडा एक पॉइंट फिनिश हो गया है, हुण तुसीं सैकेंड ते पहुंचण लगे हो। ये चीज़ ज़रूरी आ, ठीक है। सो एवें तुसीं प्रिपेयर करना। जर्नल लाइन देनी आ, दैन बुलेट पॉइंट्स नूं देना आ, दैन कनक्लूजन नूं देना आ। जे मैं गल करां टिप्स दी, सो टिप्स किहड़ियां हैगियां आ, टिप्स हैगी आ वोकैब, ईडीएम्स, कंपलैक्स, कनैक्टर्स। ये मैं फुल स्पीकिंग का दे रही हाँ। एग्जाम्पल लेंथ, कॉन्फिडेंस, फेस एक्सप्रेशन, हैंड मूवमेंट, ये सारी ज़रूरी चीज़ां आ जो आपां नूं करनियां चाहीदियां जे स्पीकिंग नूं इंप्रूव करना है। ये टिप्स हैगियां आ। हुण कल मैं तुहानूं दस्से सीगे कनैक्टर्स, किहड़े सी वो कनैक्टर्स, डेफिनेटली बाकी तुहाडे दे उत्ते डिपेंड है, मैं तो दसना आ। ऑफ कोर्स आई बिलीव दैट, आई reckon that, I deem that, I opine that, ठीक है। इन्ने कल मैं तुहानूं करवाए सी ते इहदा यूज़ करना भी ज़रूरी आ। हुण ते मोस्टली जिहड़े स्टूडेंट आ उन्हां तों की आ, यस डेफिनेटली वैल, यस डेफिनेटली वैल। ये चीज़ नूं यूज़ कर रहे हो, वेरीएशन नहीं लैके आ रहे हो, तो बैंड स्कोर नहीं आउंदे। दैन बैंड स्कोर नहीं तुहानूं देने हैगे। तुहाडी फ्लूएंसी आ वो भी बहुत ज़्यादा मैटर करदी है। हुण काफ़ी ज़्यादा स्टूडेंट्स हैगे आ, वो बहुत तेज़ बोलते आ, वो भी किसी काम दा नहीं हैगा। काफ़ी हैगे आ जो बहुत हौली बोलते आ, वो भी कोई काम दा नहीं हैगा। तुहाडी जिहड़ी स्पीड आ वो की आ, नॉर्मल होनी चाहिए। जिवें तुसीं घर गल करदे हो एक दूजे दे नाल, अपने रिलेटिव्स दे नाल करदे हो, वो जिहड़ी टोन आ, एक तो टोन भी बहुत मैटर करदी आ, ठीक है। जिहड़ी तुहाडी वॉइस दी टोन है ना, वो भी बहुत ज़्यादा मैटर करदी है स्पीकिंग दे विच कि तुसीं किवें गल कर रहे हो। जिवें हैगा आपां गल करनी आ, सिंगर्स प्ले अ वेरी पार्ट एंड पार्शल रोल इन एवरी पर्सन लाइफ। जी इन्नी क आपां स्पीड लैके जा रहे हैं, सो अपनी लेंथ भी बनूगी, टाइम भी कवर होगा। जे तुसीं करना ही तेज़, सिंगर्स प्ले अ वेरी पार्ट एंड पार्शल रोल इन एवरी पर्सन लाइफ, दैन तुहाडा आइडिया भी घटूगा, लेंथ भी नहीं कंप्लीट होनी आ, दैन नर्वसनैस भी होनी आ, एग्जामिनर नूं कुछ समझ भी नहीं आना आ, तो ऑटोमैटिकली बैंड स्कोर घट होने आ। सो जिहड़ी तुहाडी स्पीड आ वो नॉर्मल होनी चाहिए आ, ना ज़्यादा घट ना ज़्यादा वध। वोकैब वो भी ज़रूरी आ, ईडीएम्स वो भी इंपॉर्टेंट आ, एंड कॉम्पलैक्स जिमें नोट ओनली बट ऑल्सो ईवन इफ बाय विच, ये सारे ज़रूरी होंदे आ। इन्ने जिमें तुसीं यूज़ करोगे जिन्ने उन्ने तुहाडे बैंड स्कोर आने, ठीक है। नोट ओनली बट ऑल्सो एक ही यूज़ करना तो उवें दे बैंड स्कोर आने। जिन्ने वेरीएशन लैके आओगे उन्नी ज़्यादा वधिया प्रैजेंटेशन एग्जामिनर दे सामने होगी। एग्जाम्पल्स नूं ऐड करना बहुत ज़्यादा इंपॉर्टेंट होंदा आ।
ਕਿਉਂਕਿ ਐਗਜ਼ਾਮਪਲ ਦੇ ਨਾਲ ਆਪਣੀ ਲੈਂਥ ਵੀ ਕਵਰ ਹੋ ਜਾਂਦੀ ਹੈ ਐਂਡ ਇੱਕ ਬਹੁਤ ਵਧੀਆ ਵੇ ਹੁੰਦਾ ਆਨਸਰਸ ਨੂੰ ਪ੍ਰੈਜ਼ੈਂਟ ਕਰਨ ਦਾ। ਲੈਂਥ ਦਾ ਧਿਆਨ ਰੱਖਣਾ ਹੈਗਾ। ਫੋਲੋਅਪਸ ਦੇ ਵਿੱਚ ਲੈਂਥ ਬਹੁਤ ਸਾਰੇ ਸਟੂਡੈਂਟਸ ਦੀ ਘੱਟਦੀ ਆ, ਸੋ ਉਹ ਚੀਜ਼ ਦਾ ਧਿਆਨ ਰੱਖਣਾ ਹੈਗਾ ਐਂਡ ਉਹ ਆਪਾਂ ਹੌਲੀ ਹੌਲੀ ਦੇਖਾਂਗੇ ਕਿ ਲੈਂਥ ਦੇ ਉੱਤੇ ਕਿਵੇਂ ਵਰਕ ਕਰਨਾ ਹੈਗਾ। ਕੌਨਫੀਡੈਂਸ ਲੈਵਲ, ਜਿਹੜੇ ਬੱਚੇ ਕੈਮਰਾ ਔਨ ਨਹੀਂ ਕਰਦੇ ਉਹਨਾਂ 'ਚ ਕੌਨਫੀਡੈਂਸ ਨਹੀਂ ਹੈਗਾ, ਸੋ ਜੇ ਤੁਹਾਡੇ ਬੈਂਡ ਸਕੋਰ ਘੱਟ ਆਉਂਦੇ ਆ ਸੋ ਉਹਦੇ ਪਿੱਛੇ ਇੱਕ ਮੇਨ ਰੀਜ਼ਨ ਤੁਹਾਡਾ ਕੌਨਫੀਡੈਂਸ ਵੀ ਹੈਗਾ ਆ। ਮੈਂ ਰਿਐਲਿਟੀ ਦੱਸੂੰਗੀ ਜੋ ਰਿਐਲਿਟੀ ਹੈ। ਕੌਨਫੀਡੈਂਸ ਵੀ ਇੱਕ ਹੁੰਦਾ ਆ ਰੀਜ਼ਨ। ਉੱਥੇ ਜਾ ਕੇ ਐਗਜ਼ਾਮੀਨਰ ਦੇ ਸਾਹਮਣੇ ਬੋਲਿਆ ਨਹੀਂ ਗਿਆ, ਕੀ ਫਾਇਦਾ ਇੰਨਾ ਟਾਈਮ ਪ੍ਰਿਪੇਅਰ ਕਰਨ ਦਾ। ਤੁਹਾਨੂੰ ਇੰਨਾ ਟਾਈਮ ਤੁਸੀਂ ਪ੍ਰੈਪਰੇਸ਼ਨ ਕੀਤੀ, ਜੇ ਤੁਸੀਂ ਉਹੀ ਕੈਮਰਾ ਔਨ ਕਰਕੇ ਕਰ ਲੈਂਦੇ ਤਾਂ ਮੇਬੀ ਤੁਹਾਡੇ ਬੈਂਡ ਸਕੋਰ ਆ ਜਾਂਦੇ, ਬਟ ਜੇ ਕੈਮਰਾ ਆਫ ਕਰਕੇ ਕਰਨੀ ਆ ਸੋ ਇਹਦਾ ਵੀ ਕੁਛ ਨਹੀਂ। ਕਿਉਂਕਿ ਹੁਣ ਮੈਨੂੰ ਤੁਹਾਡੇ ਕੁਛ ਨਹੀਂ ਪਤਾ ਕਿ ਤੁਸੀਂ ਫੇਸ ਐਕਸਪ੍ਰੈਸ਼ਨ ਯੂਜ਼ ਕਰਦੇ ਹੋ, ਹੈਂਡ ਮੂਵਮੈਂਟ ਯੂਜ਼ ਕਰਦੇ ਹੋ ਜਾਂ ਨਹੀਂ। ਹੁਣ ਜੇ ਤੁਸੀਂ ਸਿੱਧੇ ਹੱਥ ਰੱਖ ਕੇ ਬੋਲੀ ਜਾਓ ਉਹਨੇ ਤਾਂ ਉੱਦਾਂ ਹੀ ਕਹਿਣਾ ਬੱਚਾ ਕ੍ਰੈਮ ਕਰਕੇ ਆਇਆ ਹੋਇਆ, ਕਿਉਂਕਿ ਜਿਹੜੇ ਇੱਕ ਫੇਸ ਐਕਸਪ੍ਰੈਸ਼ਨ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ। ਸੋ ਦੈਟਸ ਵਾਈ ਇਹ ਚੀਜ਼ਾਂ ਦੇ ਉੱਤੇ ਵਰਕ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਜੇ ਸਪੀਕਿੰਗ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ। ਦੈਨ ਇਹ ਚੀਜ਼ ਜ਼ਰੂਰੀ ਆ। ਕਨੈਕਟਰਸ ਦੇਖਣਾ ਆ, ਜਿਵੇਂ ਇੱਕ ਪੁਆਇੰਟ ਖ਼ਤਮ ਹੋ ਜਾਂਦਾ ਦੈਨ ਕਨੈਕਟਰ ਚੇਂਜ ਹੋਣਾ ਐਂਡ ਜਿੰਨੀ ਜ਼ਿਆਦਾ ਘੱਟ ਰੈਪੀਟੀਸ਼ਨ ਕਰ ਸਕਦੇ ਹੋ ਉਹਨੂੰ ਕਰੋ। ਇਫ ਆਈ ਜਸਟ ਟਾਕ ਅਬਾਊਟ ਬਹੁਤ ਸਾਰੇ ਸਟੂਡੈਂਟ ਯੂਜ਼ ਕਰਦੇ ਆ ਐਂਡ ਐਟ ਦੈਟ ਟਾਈਮ, ਸੋ ਉਹਨੂੰ ਵੀ ਘੱਟ ਕਰੋ। ਜਿੰਨੀ ਜ਼ਿਆਦਾ ਘੱਟ ਹੋਊਗੀ ਉਨੀ ਜ਼ਿਆਦਾ ਵਧੀਆ ਹੋਊਗੀ। ਜੇ ਮੈਂ ਗੱਲ ਕਰਾਂ ਈਡੀਅਮਸ ਦੀ, ਈਡੀਅਮਸ ਆਪਾਂ ਇੱਕ ਕਿਊ ਕਾਰਡ ਦੇ ਵਿੱਚ 4 ਯੂਜ਼ ਕਰ ਸਕਦੇ ਹਾਂ, ਠੀਕ ਹੈ। ਇੰਟਰੋ ਦੇ ਵਿੱਚ 2-3 ਕਰ ਲਓ ਐਂਡ ਫੋਲੋਅਪਸ ਦੇ ਵਿੱਚ 2-3 ਕਰ ਲਓ, ਬਟ ਇਹ ਤੋਂ ਜ਼ਿਆਦਾ ਨਹੀਂ ਯੂਜ਼ ਕਰਨੇ ਹੈਗੇ ਕਿਉਂਕਿ ਇਨਫੋਰਮਲ ਹੁੰਦੇ ਆ, ਠੀਕ ਹੈ। ਇਨਫੋਰਮਲ ਆਪਾਂ ਸਪੀਕਿੰਗ ਦੇ ਵਿੱਚ ਤਾਂ ਯੂਜ਼ ਕਰ ਸਕਦੇ ਹਾਂ ਬਟ ਲਿਮਿਟਿਡ, ਬਟ ਰਾਈਟਿੰਗ ਦੇ ਵਿੱਚ ਕੋਈ ਈਡੀਅਮ ਵਗੈਰਾ ਯੂਜ਼ ਨਹੀਂ ਹੁੰਦਾ ਹੈਗਾ ਕਿਉਂਕਿ ਰਾਈਟਿੰਗ ਸਾਰੀ ਫਾਰਮਲ ਹੁੰਦੀ ਆ। ਸੋ ਇਹ ਵੀ ਚੀਜ਼ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਣਾ ਆ। ਇਹ ਇੱਕ ਛੋਟਾ ਜਿਹਾ ਓਵਰਵਿਊ ਦਿੱਤਾ ਮੈਂ ਤੁਹਾਨੂੰ ਸਪੀਕਿੰਗ ਦਾ। ਹੁਣ ਜਿਵੇਂ ਵੋਕੈਬ ਆ, ਈਡੀਅਮ ਹੈ, ਕੰਪਲੈਕਸ ਹੈ, ਕਨੈਕਟਰਸ ਆ, ਇਹਨਾਂ ਦੇ ਉੱਤੇ ਆਪਾਂ 1 ਬਾਏ 1 ਵਰਕ ਕਰਨਾ ਆ। ਜਿਵੇਂ ਹੁਣ ਆਪਾਂ ਸਟਾਰਟ ਕੀਤਾ ਹੀ ਹੋਇਆ ਆ, ਡੈਫੀਨੇਟਲੀ, ਸਰਟੇਨਲੀ, ਆਫ ਕੋਰਸ, ਆਈ ਬਲੀਵ ਦੈਟ, ਆਈ ਰੈਕਨ ਦੈਟ, ਆਈ ਡੀਮ ਦੈਟ। ਦੇਖੋ ਜਿਵੇਂ ਕੁਐਸਚਨ ਆ ਵਟਸ ਯੋਰ ਫੇਵਰੇਟ ਕਲਰ, ਹੈ ਨਾ। ਬਹੁਤ ਸਾਰੇ ਸਟੂਡੈਂਟ ਆਨਸਰ ਕੀ ਦਿੰਦੇ ਆ, ਮਾਈ ਫੇਵਰੇਟ ਕਲਰ ਇਜ਼ ਬਲੂ, ਕੁਛ ਵੀ ਜੋ ਵੀ ਤੁਹਾਡਾ ਫੇਵਰੇਟ ਆ, ਹੈ ਨਾ। ਜੇ ਤੁਸੀਂ ਇੰਨਾ ਆਨਸਰ ਦਿਓਗੇ ਤੁਹਾਨੂੰ ਕਦੀ ਵੀ ਬੈਂਡ ਸਕੋਰ ਨਹੀਂ ਮਿਲਣਾ। ਅਤੇ ਇੱਕ ਹੋਰ ਥੋੜ੍ਹੇ ਸਟੂਡੈਂਟ ਆ ਜਾਂਦੇ ਆ, ਉਹਨਾਂ ਨੇ ਆਨਸਰ ਦੇਣਾ ਮਾਈ ਫੇਵਰੇਟ ਕਲਰ ਇਜ਼ ਬਲੂ, ਇਟ ਸੂਟਸ ਔਨ ਮਾਈ ਪਰਸਨੈਲਿਟੀ। ਕੁਛ ਕੁ ਐਵੇਂ ਨਹੀਂ ਦੇਣਾ ਆ ਅਤੇ ਕੁਛ ਕੁ ਬੈਟਰ ਦਿੰਦੇ ਆ। ਵੈਲ ਦੇਰ ਆਰ ਡਿਫਰੈਂਟ ਕਾਈਂਡਸ ਆਫ ਕਲਰਸ ਆਰ ਅਵੇਲੇਬਲ, ਬਟ ਇਫ ਆਈ ਜਸਟ ਟਾਕ ਅਬਾਊਟ ਮਾਈ ਸੈਲਫ ਆਈ ਗਿਵ ਮਚ ਪ੍ਰੈਫਰੈਂਸ ਟੂ ਗ੍ਰੀਨ ਕਲਰ ਬਿਕੋਜ਼ ਆਈ ਐਮ ਨੇਚਰ ਲਵਰ ਪਰਸਨ। ਜੇ ਤੁਸੀਂ ਇਸ ਲੈਵਲ ਦਾ ਆਨਸਰ ਦਿੰਦੇ ਹੋ ਦੈਨ ਤੁਹਾਡੇ ਬੈਂਡ ਸਕੋਰ ਕਿਉਂ ਨਹੀਂ ਅਪ ਹੋਣੇ ਆ। ਜੇ ਬੈਂਡ ਸਕੋਰ ਅਪ ਕਰਨੇ ਆ ਸੋ ਤੁਹਾਡੀ ਪ੍ਰੈਜੈਂਟੇਸ਼ਨ ਬਹੁਤ ਮੈਟਰ ਕਰਦੀ ਆ। ਹੁਣ ਹੌਲੀ ਹੌਲੀ ਆਪਾਂ ਦੇਖਣਾ ਆ ਕਿ ਆਨਸਰ ਦੇਣਾ ਕਿਸ ਪ੍ਰੈਜੈਂਟੇਸ਼ਨ ਦੇ ਵਿੱਚ ਹੁੰਦਾ ਆ, ਜਿਹਦੇ ਨਾਲ ਐਗਜ਼ਾਮੀਨਰ ਇੰਪ੍ਰੈਸ ਹੁੰਦਾ ਉਹ ਕਿਹੜੀ ਪ੍ਰੈਜੈਂਟੇਸ਼ਨ ਹੈਗੀ ਆ। ਕਿਉਂਕਿ ਜੇ ਤਾਂ ਤੁਸੀਂ ਕ੍ਰੈਮ ਕਰਕੇ ਦੇਣਾ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ ਨਾ। ਜੇ ਕ੍ਰੈਮ ਵੀ ਕਰਨਾ ਆ ਬਟ ਉਹ ਵੀ ਉਹਦੇ ਵਿੱਚ ਤੁਹਾਨੂੰ ਆਪਣੇ ਹੈਂਡ ਮੂਵਮੈਂਟ, ਗੈਸਚਰਸ ਇਨਕਲੂਡ ਕਰਨੇ ਚਾਹੀਦੇ ਆ ਮੇਰੇ ਓਪੀਨੀਅਨ ਦੇ ਅਕੋਰਡਿੰਗ। ਇੱਕ ਛੋਟਾ ਜਿਹਾ ਮੈਂ ਓਵਰਵਿਊ ਦਿੱਤਾ। ਹੁਣ 1 ਬਾਏ 1 ਆਪਾਂ ਜਸਟ ਕੱਲ੍ਹ ਤੋਂ ਸਟਾਰਟ ਕਰਾਂਗੇ। ਆ ਜਿਹੜੇ ਮੈਂ ਲਿਖਵਾਏ ਆ ਤੁਹਾਨੂੰ ਡੈਫੀਨੇਟਲੀ, ਸਰਟੇਨਲੀ, ਆਫ ਕੋਰਸ, ਆਈ ਬਲੀਵ ਦੈਟ ਇਹਨਾਂ ਦਾ ਯੂਜ਼ ਕਰਨਾ ਆ ਤੁਸੀਂ।